ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਮੈਕਸ ਦੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦ ਅਤੇ ਵੇਚ ਸਕਦੇ ਹੋ। ਰੀਅਲ ਏਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪਰਮੰਨਿਆ ਨਾਮ 9163209441 ਇਹਨਾਂ ਦਾ ਫੋਨ ਨੰਬਰ ਹੈ ਜੀ। ਤੇ ਹੁਣ ਪੇਸ਼ ਨੇ ਪਹਿਲਾਂ ਚੋਣ ਦੀਆਂ ਖਬਰਾਂ। ਬੰਬਈ 에ਅਰਪੋਰਟ ਤੇ 12 ਯਾਤਰੀਆਂ ਲਈ 2 ਘੰਟੇ ਦੇਰੀ ਨਾਲ ਰਵਾਨਾ ਕੀਤੀ ਗਈ ਫਲਾਈਟ ਯਾਤਰੀ ਭੜਕੇ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮਨਾਈ ਦੀਵਾਲੀ, 900 ਲੋਕਾਂ ਨੂੰ ਦਿੱਤਾ ਸੱਦਾ, ਚਲਾਈਆਂ ਫੁੱਲਝੜੀਆਂ। ਕੈਨੇਡਾ ਵਿੱਚ ਪਿਸਤੌਲਾਂ ਤੇ ਮੁਕੰਮਲ ਪਾਬੰਦੀ ਲਾਗੂ। ਟੋਰਾਂਟੋ ਆਈਲੈਂਡ 에ਅਰਪੋਰਟ ਨੂੰ ਬੰਬ ਦੀ ਧਮਕੀ ਮਗਰੋਂ ਕਰਾਇਆ ਗਿਆ ਖਾਲੀ, 2 ਲੋਕ ਹਿਰਾਸਤ ਵਿੱਚ। ਕੋਸਟਾ ਰੀਕਾ ਵਿੱਚ ਛੋਟਾ ਜਹਾਜ਼ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ। ਦੀਵਾਲੀ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲੀਆਂ, ਕੈਲੀਫੋਰਨੀਆ ਵਿਖੇ ਹਾਦਸੇ ਵਿੱਚ ਭੋਗਪੁਰ ਦੇ ਨੌਜਵਾਨ ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਬੰਬਈ ਤੋਂ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਜਾਣ ਵਾਲੀ ਗੋ ਫਸਟ ਏਅਰਲਾਈਨਸ ਦੀ ਫਲਾਈਟ 2 ਘੰਟੇ ਲੇਟ ਹੋਈ। ਇਹ ਦੇਰੀ ਕਿਸੇ ਤਕਨੀਕੀ ਖਰਾਬੀ ਜਾਂ ਮੌਸਮ ਦੀ ਖਰਾਬੀ ਕਾਰਨ ਨਹੀਂ ਹੋਈ। ਲਗਭਗ 180 ਯਾਤਰੀਆਂ ਨੂੰ ਕੇਵਲ 12 ਟ੍ਰਾਂਜ਼ਿਟ ਯਾਤਰੀਆਂ ਲਈ ਰਨਵੇ ਤੇ ਉਡੀਕ ਕਰਨੀ ਪਈ, ਜਿਸ ਤੋਂ ਬਾਅਦ ਯਾਤਰੀਆਂ ਦੀ ਏਅਰਲਾਈਨ ਸਟਾਫ ਨਾਲ ਕਾਫੀ ਬਹਿਸ ਹੋਈ ਤੇ ਹੰਗਾਮਾ ਹੋਇਆ ਤੇ ਫਲਾਈਟ 2 ਘੰਟੇ ਲੇਟ ਹੋ ਗਈ। ਬੰਬਈ ਅੰਮ੍ਰਿਤਸਰ ਗੋ ਫਸਟ ਏਅਰਲਾਈਨਸ ਦੀ ਫਲਾਈਟ ਨੰਬਰ Z82417 ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹਵਾਈ ਅੱਡੇ ਤੇ ਹੰਗਾਮਾ ਹੋਇਆ। ਇੱਕ ਯਾਤਰੀ ਨੇ ਇਸ ਬਾਰੇ ਏਅਰਲਾਈਨਸ ਤੋਂ ਇਲਾਵਾ DGCA ਇੰਡੀਆ ਨੂੰ ਵੀ ਸ਼ਿਕਾਇਤ ਭੇਜੀ ਹੈ। ਅੰਮ੍ਰਿਤਸਰ ਪੁੱਜੇ ਯਾਤਰੀ ਕਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟਿਕਟ ਬੰਬਈ ਅੰਮ੍ਰਿਤਸਰ ਫਲਾਈਟ G82417 ਦੀ ਬੁੱਕ ਹੋਈ ਸੀ। 4 ਵਜੇ ਦੇ ਕਰੀਬ ਫਲਾਈਟ 'ਚ ਪੂਰੇ ਸਮੇਂ ਤੇ 180 ਯਾਤਰੀ ਬੈਠੇ ਸਨ। ਇਸ ਫਲਾਈਟ ਨੇ ਬੰਬਈ ਤੋਂ 4:30 ਵਜੇ ਉਡਾਣ ਭਰਨੀ ਸੀ, ਪਰ ਅਜਿਹਾ ਨਹੀਂ ਹੋਇਆ। ਯਾਤਰੀ ਕਾਫੀ ਦੇਰ ਤੱਕ ਇੰਤਜ਼ਾਰ ਕਰਦੇ ਰਹੇ, ਪਰ ਜਦੋਂ ਫਲਾਈਟ ਟੇਕ ਆਫ ਨਾ ਹੋਈ ਤਾਂ ਸਾਰਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕਰਨਜੀਤ ਸਿੰਘ ਨੇ ਦੱਸਿਆ ਕਿ ਪੁੱਛੇ ਜਾਣ ਤੇ ਏਅਰਲਾਈਨਸ ਨੇ ਸਾਰੇ ਯਾਤਰੀਆਂ ਨਾਲ ਗੈਰ ਪ੍ਰੋਫੈਸ਼ਨਲ ਵੀ ਵਿਵਹਾਰ ਕੀਤਾ। ਭਾਰਤ ਵਿੱਚ ਦੀਵਾਲੀ ਧਨਤੇਰਸ ਤੋਂ ਹੀ ਮਨਾਈ ਜਾਂਦੀ ਹੈ। ਧਨਤੇਰਸ ਤੇ ਹੀ ਲੋਕ ਘਰਾਂ 'ਚ ਰੰਗ ਬਿਰੰਗੀਆਂ ਲਾਈਟਾਂ ਲਾਉਂਦੇ ਨੇ ਅਤੇ ਬੱਚੇ ਵੀ ਪਟਾਕੇ ਬਾਲਦੇ ਦਿਖਾਈ ਦਿੰਦੇ ਨੇ, ਦੀਵੇ ਚਲਾਉਂਦੇ ਦਿਖਾਈ ਦਿੰਦੇ ਨੇ। ਹਾਲਾਂਕਿ ਦੀਵਾਲੀ ਭਾਰਤ 'ਚ ਹੀ ਨਹੀਂ ਸਗੋਂ ਅਮਰੀਕਾ 'ਚ ਵੀ ਮਨਾਈ ਜਾਂਦੀ ਹੈ। ਲੋਕ ਇਸ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ। ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਆਪਣੀ ਰਿਹਾਇਸ਼ ਤੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਅਤੇ ਅਮਰੀਕਾ 'ਚ ਰਹਿੰਦੇ ਭਾਰਤੀਆਂ ਨਾਲ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਉਹਨਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਉਹ ਫੁੱਲਝੜੀ ਨੂੰ ਜਲਾ ਰਹੇ ਨੇ। ਸ਼ੁੱਕਰਵਾਰ ਨੂੰ ਦੀਵਾਲੀ ਮਨਾਉਂਦੇ ਹੋਏ ਉਹਨਾਂ ਨੇ ਕਿਹਾ, ਦੀਵਾਲੀ ਇੱਕ ਅਜਿਹਾ ਤਿਉਹਾਰ ਹੈ ਜੋ ਸੱਭਿਆਚਾਰ ਵਿਚਕਾਰ ਮੇਲ ਮਿਲਾਪ ਪੇਸ਼ ਕਰਦਾ ਹੈ। ਉਪ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਨੂੰ ਰੰਗੀਨ ਰੌਸ਼ਨੀਆਂ ਅਤੇ ਦੀਵਿਆਂ, ਖਾਸ ਤੌਰ ਤੇ ਮਿੱਟੀ ਦੇ ਦੀਵਿਆਂ ਦੇ ਨਾਲ ਸਜਾਇਆ ਗਿਆ ਸੀ, ਜਦੋਂ ਕਿ ਮਹਿਮਾਨਾਂ ਨੂੰ ਪਾਣੀ ਪੂਰੀ ਤੋਂ ਇਲਾਵਾ ਰਵਾਇਤੀ ਮਿਠਾਈਆਂ ਤੱਕ ਭਾਰਤੀ ਪਕਵਾਨ ਪਰੋਸੇ ਗਏ। ਦਿਲਚਸਪ ਗੱਲ ਇਹ ਹੈ ਕਿ ਕਮਲਾ ਹੈਰਿਸ ਨੇ ਆਪਣੀ ਦੀਵਾਲੀ ਪਾਰਟੀ ਵਿੱਚ ਕਰੀਬ 900 ਲੋਕਾਂ ਨੂੰ ਬੁਲਾਇਆ ਸੀ। ਉਪ ਰਾਸ਼ਟਰਪਤੀ ਨੇ ਕਿਹਾ, ਇਹ ਹਨੇਰੇ ਉੱਤੇ ਰੌਸ਼ਨੀ ਦੀ ਸਾਰਥਕਤਾ ਤੋਂ ਪ੍ਰੇਰਿਤ ਹੋਣ ਅਤੇ ਹਨੇਰੇ ਦੇ ਸਮੇਂ ਵਿੱਚ ਰੌਸ਼ਨੀ ਪਾਉਣ ਬਾਰੇ ਹੈ। ਉਪ ਰਾਸ਼ਟਰਪਤੀ ਹੋਣ ਦੇ ਨਾਤੇ ਮੈਂ ਇਸ ਬਾਰੇ ਬਹੁਤ ਸੋਚਦੀ ਹਾਂ, ਕਿਉਂਕਿ ਅਸੀਂ ਆਪਣੇ ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਚੁਣੌਤੀਆਂ ਤੋਂ ਪਿੱਛੇ ਨਹੀਂ ਹਟ ਸਕਦੇ। ਇਹ ਉਹ ਪਲ ਨੇ ਜਦੋਂ ਦੀਵਾਲੀ ਵਰਗਾ ਤਿਉਹਾਰ ਸਾਨੂੰ ਹਨੇਰੇ ਦੇ ਸਮੇਂ ਵਿੱਚ ਰੌਸ਼ਨੀ ਲਿਆਉਣ ਲਈ ਸਾਡੀ ਸ਼ਕਤੀ ਦੇ ਮਹੱਤਵ ਦੀ ਯਾਦ ਦਿਵਾਉਂਦਾ ਹੈ। ਚੇਨਈ ਵਿੱਚ ਆਪਣੇ ਦਾਦਾ ਦਾਦੀ ਨਾਲ ਮਨਾਉਣ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹੈਰਿਸ ਨੇ ਕਿਹਾ ਕਿ ਦੀਵਾਲੀ ਪਰੰਪਰਾ ਬਾਰੇ ਹੈ। ਇਹ ਇੱਕ ਸੱਭਿਆਚਾਰ ਹੈ, ਇਹ ਇੱਕ ਸਦੀਆਂ ਪੁਰਾਣੀ ਧਾਰਨਾ ਹੈ ਜੋ ਸੱਭਿਆਚਾਰਾਂ ਅਤੇ ਭਾਈਚਾਰਿਆਂ ਦੇ ਮੇਲ ਮਿਲਾਪ ਨੂੰ ਪੇਸ਼ ਕਰਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਬਾਈਡਨ ਹੈਰਿਸ ਪ੍ਰਸ਼ਾਸਨ ਨੇ ਕਈ ਭਾਰਤੀ ਅਮਰੀਕੀ ਮੈਂਬਰਾਂ, ਜਿਨ੍ਹਾਂ ਵਿੱਚ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ, ਰਾਸ਼ਟਰਪਤੀ ਦੀ ਵਿਸ਼ੇਸ਼ ਸਲਾਹਕਾਰ ਨੀਰਾ ਟੰਡਨ ਅਤੇ ਜੋ ਬਾਈਡਨ ਦੇ ਭਾਸ਼ਣਕਾਰ ਵਿਨੇ ਰੈਡੀ ਸ਼ਾਮਲ ਨੇ। ਰਿਚ ਵਰਮਾ, ਜੋ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਨ, ਨੇ ਵੀ ਕਮਲਾ ਹੈਰਿਸ ਦੀ ਦੀਵਾਲੀ ਪਾਰਟੀ ਵਿੱਚ ਸ਼ਿਰਕਤ ਕੀਤੀ। ਕੈਨੇਡਾ ਵਿੱਚ ਹੈਂਡਗਨਜ਼ ਦੀ ਖਰੀਦੋ ਫਰੋਖਤ ਉੱਪਰ ਮੁਕੰਮਲ ਪਾਬੰਦੀ ਲਾਗੂ ਹੋ ਗਈ ਹੈ ਅਤੇ ਹੁਣ ਮੁਲਕ ਦਾ ਕੋਈ ਵਸਨੀਕ ਵਿਦੇਸ਼ਾਂ ਤੋਂ ਵੀ ਪਿਸਤੌਲ ਨਹੀਂ ਲਿਆ ਸਕੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵਾਂ ਕਾਨੂੰਨ ਲਾਗੂ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਕੈਨੇਡਾ ਵਾਸੀਆਂ ਨੂੰ ਆਪਣੇ ਘਰ, ਕੰਮ ਵਾਲੀ ਥਾਂ ਅਤੇ ਧਾਰਮਿਕ ਥਾਵਾਂ ਤੇ ਸੁਰੱਖਿਅਤ ਰਹਿਣ ਕਰਨ ਦਾ ਹੱਕ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਮਾਜ ਵਿੱਚੋਂ ਖਤਰਨਾਕ ਹਥਿਆਰਾਂ ਨੂੰ ਹਟਾ ਦਿੱਤਾ ਜਾਏ।
ਕੈਨੇਡਾ ਵਿੱਚ ਟੋਰਾਂਟੋ ਦੇ ਆਈਲੈਂਡ 에ਅਰਪੋਰਟ ਤੇ ਬੰਬ ਦੀ ਧਮਕੀ ਕਾਰਨ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਉੱਥੋਂ ਬਾਹਰ ਕੱਢਣ ਦਾ ਨਿਰਦੇਸ਼ ਦਿੱਤਾ ਗਿਆ। ਹਵਾਈ ਅੱਡੇ ਤੇ ਫੈਰੀ ਟਰਮੀਨਲ ਨੇੜੇ ਪੁਲਿਸ ਨੂੰ ਇੱਕ ਸੰਭਾਵਤ ਵਿਸਫੋਟਕ ਯੰਤਰ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਇਹ ਨਿਰਦੇਸ਼ ਦਿੱਤੇ। ਪੁਲਿਸ ਨੇ ਕਿਹਾ ਕਿ 2 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹ ਜਾਂਚ ਵਿੱਚ ਸਹਿਯੋਗ ਕਰ ਰਹੇ ਨੇ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਇੱਕ ਸ਼ੱਕੀ ਪੈਕੇਜ ਦੀ ਜਾਂਚ ਕਰਨ ਲਈ ਸ਼ਾਮ 4 ਵਜੇ ਤੋਂ ਪਹਿਲਾਂ ਬਿਲੀ ਵਿਸ਼ਵ ਹਵਾਈ ਅੱਡੇ ਦੇ ਮੈਨਲੈਂਡ ਫੈਰੀ ਟਰਮੀਨਲ ਤੇ ਬੁਲਾਇਆ ਗਿਆ ਸੀ। ਟੋਰਾਂਟੋ ਪੁਲਿਸ ਨੇ ਟਵੀਟ ਕੀਤਾ ਕਿ ਅਸੀਂ ਇੱਕ ਸੰਭਾਵਤ ਵਿਸਫੋਟਕ ਯੰਤਰ ਨਾਲ ਨਜਿੱਠਣ ਲਈ ਕੰਮ ਕਰ ਰਹੇ ਹਾਂ। ਫੈਰੀ ਟਰਮੀਨਲ ਦੇ ਨੇੜੇ 2 ਰਿਹਾਇਸ਼ੀ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ ਤੇ ਇੱਕ ਤੀਜੀ ਨੂੰ ਅੰਸ਼ਕ ਤੌਰ ਤੇ ਖਾਲੀ ਕਰਵਾ ਲਿਆ ਗਿਆ ਹੈ। ਪੋਰਟਰ 에ਅਰਲਾਈਨਜ਼ ਅਤੇ 에ਅਰ ਕੈਨੇਡਾ ਖੇਤਰੀ ਉਡਾਣਾਂ ਲਈ ਇਸ ਹਵਾਈ ਅੱਡੇ ਦੀ ਵਰਤੋਂ ਕਰਦੇ ਨੇ। ਹਵਾਈ ਅੱਡੇ ਨੇ ਕਿਹਾ ਕਿ ਰਨਵੇ ਬੰਦ ਕਰ ਦਿੱਤਾ ਗਿਆ ਸੀ ਅਤੇ 에ਅਰ ਕੈਨੇਡਾ ਦੀਆਂ 2 ਉਡਾਣਾਂ ਨੂੰ ਹੈਮਿਲਟਨ ਓਨਟਾਰੀਓ ਵੱਲ ਮੋੜ ਦਿੱਤਾ ਗਿਆ ਸੀ। ਟਰਮੀਨਲ ਦੇ ਅੰਦਰ ਕਈ ਘੰਟਿਆਂ ਤੱਕ ਫਸੇ ਯਾਤਰੀਆਂ ਨੇ ਕਿਹਾ ਕਿ ਉਹਨਾਂ ਨੂੰ ਵਾਟਰ ਟੈਕਸੀ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ। ਕੋਸਟਾ ਰੀਕਾ ਦੇ ਤੱਟ ਨੇੜੇ ਕੈਰੀਬੀਅਨ ਸਾਗਰ ਵਿੱਚ ਸ਼ਨੀਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ 6 ਲੋਕ ਸਵਾਰ ਸੀ ਜਿਨ੍ਹਾਂ ਦੀ ਇਸ ਘਟਨਾ 'ਚ ਮੌਤ ਹੋਣ ਦਾ ਖਦਸ਼ਾ ਵੀ ਹੈ। ਸੁਰੱਖਿਆ ਮੰਤਰੀ ਜਾਰਜ ਟੋਰੇਸ ਮੁਤਾਬਕ ਜਹਾਜ਼ ਵਿੱਚ ਸਵਾਰ 5 ਲੋਕ ਜਰਮਨ ਦੇ ਨਾਗਰਿਕ ਸੀ ਅਤੇ ਪਾਇਲਟ ਸਵਿਟਜ਼ਰਲੈਂਡ ਦਾ ਨਿਵਾਸੀ ਸੀ। ਕੋਸਟਾ ਰੀਕਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਜਣ ਵਾਲੇ ਛੋਟੇ ਜਹਾਜ਼ ਦੇ ਟੁਕੜੇ ਸ਼ਨੀਵਾਰ ਨੂੰ ਬਰਾਮਦ ਕੀਤੇ ਗਏ। ਜਹਾਜ਼ ਸ਼ੁੱਕਰਵਾਰ ਨੂੰ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ। ਕੈਲੀਫੋਰਨੀਆ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਭੋਗਪੁਰ ਦੇ ਪਿੰਡ ਲੜੋਈ ਦੇ 29 ਸਾਲਾ ਸਵਿੰਦਰਜੀਤ ਸਿੰਘ ਦੀ ਟਰੱਕ ਪਲਟਣ ਕਾਰਨ ਮੌਤ ਹੋ ਗਈ। ਸਵਿੰਦਰਜੀਤ ਸਿੰਘ 2013 ਵਿੱਚ ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਸੀ ਅਤੇ ਉੱਥੇ ਉਹ ਟਰੱਕ ਡਰਾਈਵਰ ਸੀ ਅਤੇ ਬੀਤੇ ਕੱਲ ਜਦੋਂ ਉਹ ਟਰੱਕ ਚਲਾ ਰਿਹਾ ਸੀ ਤਾਂ ਅਚਾਨਕ ਉਸ ਦੀ ਝੋਕ ਲੱਗ ਗਈ, ਜਿਸ ਕਾਰਨ ਟਰੱਕ ਹਾਦਸਾਗ੍ਰਸਤ ਹੋ ਕੇ ਪਲਟ ਗਿਆ। ਇਸ ਹਾਦਸੇ ਵਿੱਚ ਸਵਿੰਦਰਜੀਤ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਪਿਛਲੇ ਸਾਲ ਸਵਿੰਦਰਜੀਤ ਸਿੰਘ ਦੇ ਵੱਡੇ ਭਰਾ ਵਿੱਕੀ ਦੀ ਮੌਤ ਹੋਈ ਸੀ। 1 ਸਾਲ ਵਿੱਚ 2 ਜਵਾਨ ਪੁੱਤਰਾਂ ਦੀ ਮੌਤ ਹੋਣ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਸਵਿੰਦਰਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਸਵਿੰਦਰਜੀਤ ਸਿੰਘ ਅਤੇ ਅਜੇ ਕੁਆਰਾ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਉਸ ਦੇ ਸਿਰ ਤੇ ਚੱਲਦਾ ਸੀ ਅਤੇ ਸਵਿੰਦਰਜੀਤ ਸਿੰਘ ਦੀ ਮ੍ਰਿਤਕ ਦੇ ਕੈਲੀਫੋਰਨੀਆ ਪੁਲਿਸ ਨੇ ਆਪਣੀ ਕਸਟਡੀ ਵਿੱਚ ਲੈ ਲਈ ਹੈ। ਪਰਿਵਾਰ ਵੱਲੋਂ ਸਰਕਾਰ ਕੋਲੋਂ ਇਹ ਮੰਗ ਰੱਖੀ ਜਾ ਰਹੀ ਹੈ ਕਿ ਮ੍ਰਿਤਕ ਦੇਹ ਨੂੰ ਪੰਜਾਬ ਭੇਜਿਆ ਜਾਏ। 2 ਜਵਾਨ ਪੁੱਤਰਾਂ ਦੇ 1 ਸਾਲ ਵਿੱਚ ਮੌਤਾਂ ਹੋਣ ਕਰਕੇ ਸਵਿੰਦਰਜੀਤ ਸਿੰਘ ਦੀ ਮਾਤਾ ਸਤਵੰਤ ਕੌਰ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ। ਘਰ ਵਿੱਚ ਕੇਵਲ ਹੁਣ ਸਵਿੰਦਰਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਅਤੇ ਮਾਤਾ ਸਤਵੰਤ ਕੌਰ ਅਤੇ ਚਾਚਾ ਹੀ ਬਚੇ ਨੇ। ਮੌਤ ਦੀ ਖਬਰ ਸੁਣ ਜਿੱਥੇ ਪਰਿਵਾਰ 'ਚ ਮਾਤਮ ਛਾ ਗਿਆ, ਉੱਥੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਅਮਰੀਕਾ ਦੇ ਰਹਿਣ ਵਾਲੇ ਡੇਵਿਡ ਰਸ਼ ਨੇ ਇੱਕ ਵਾਰ ਫਿਰ ਹੈਰਾਨੀਜਨਕ ਕਾਰਨਾਮਾ ਕਰਕੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਜਾਣਕਾਰੀ ਦੇ ਮੁਤਾਬਕ ਡੇਵਿਡ ਰਸ਼ ਨੇ 250 ਤੋਂ ਵੱਧ ਰਿਕਾਰਡ ਬਣਾਏ ਅਤੇ ਤੋੜੇ ਨੇ। ਅਮਰੀਕਾ ਦੇ ਇਡਾਹੋ ਦੇ ਰਹਿਣ ਵਾਲੇ ਡੇਵਿਡ ਰਸ਼ ਨੇ ਆਪਣੇ ਮੂੰਹ ਵਿੱਚ 150 ਮੋਮਬੱਤੀਆਂ ਜਗਾਈਆਂ ਤੇ ਫਿਰ ਉਹਨਾਂ ਨੂੰ ਅੱਗ ਲਾ ਦਿੱਤੀ। ਉਹਨੇ 35 ਸੈਕਿੰਡ ਤੱਕ ਮੋਮਬੱਤੀਆਂ ਆਪਣੇ ਮੂੰਹ ਵਿੱਚ ਰੱਖ ਕੇ ਇੱਕ ਹੋਰ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ। ਡੇਵਿਡ ਰਸ਼ ਜਿਸ ਨੇ 250 ਤੋਂ ਵੱਧ ਰਿਕਾਰਡ ਤੋੜੇ ਨੇ, ਉਹ ਅਜਿਹਾ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਲਈ ਕਰਦਾ ਹੈ। ਰਸ਼ ਨੇ ਇੱਕ ਵਾਰ ਵਿੱਚ 150 ਮੋਮਬੱਤੀਆਂ ਆਪਣੇ ਮੂੰਹ ਵਿੱਚ ਰੱਖੀਆਂ ਤੇ ਸਾਰੀਆਂ ਨੂੰ ਅੱਗ ਲਾ ਦਿੱਤੀ ਅਤੇ ਉਸਨੇ ਲਗਭਗ 35 ਮਿੰਟ ਤੱਕ ਬਲਦੀ ਮੋਮਬੱਤੀ ਨੂੰ ਆਪਣੇ ਮੂੰਹ ਵਿੱਚ ਰੱਖਿਆ ਤੇ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ। ਡੇਵਿਡ ਰਸ਼ ਦੇ ਮੁਤਾਬਕ ਉਸਨੇ ਦਸੰਬਰ 'ਚ ਵੀ ਇਸ ਰਿਕਾਰਡ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਫਿਰ ਉਸ ਸਮੇਂ ਉਸਦੇ ਮੂੰਹ ਵਿੱਚੋਂ ਕੁਝ ਮੋਮਬੱਤੀਆਂ ਡਿੱਗਣ ਲੱਗੀਆਂ ਜਿਸ ਕਾਰਨ ਉਹ ਅਯੋਗ ਹੋ ਗਿਆ। ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਦੁਬਾਰਾ ਇਹ ਕੋਸ਼ਿਸ਼ ਕੀਤੀ ਅਤੇ ਫਿਰ ਹਰ ਵਾਰ ਦੀ ਤਰ੍ਹਾਂ ਉਸਨੂੰ ਸਫਲਤਾ ਮਿਲੀ। ਡੇਵਿਡ ਰਸ਼ ਨੇ ਦੱਸਿਆ ਹੈ ਕਿ ਬਲਦੀਆਂ ਮੋਮਬੱਤੀਆਂ ਨੂੰ ਮੂੰਹ 'ਚ ਰੱਖਣ ਦੇ ਕੁਝ ਸਕਿੰਟਾਂ ਬਾਅਦ ਹੀ ਮੋਮਬੱਤੀਆਂ ਤੇ ਉਸਦੀ ਪਕੜ ਢਿੱਲੀ ਹੋਣ ਲੱਗੀ, ਜਿਸ ਤੋਂ ਬਾਅਦ ਉਸਨੇ ਉਸਨੂੰ ਦੰਦਾਂ ਨਾਲ ਘੁੱਟ ਕੇ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਥਕਾਵਟ ਵਧਣ ਲੱਗੀ। ਅੱਖਾਂ ਤੇ ਸੁਰੱਖਿਆ ਐਨਕਾਂ ਲਗਾਉਣ ਦੇ ਬਾਵਜੂਦ ਉਸਨੂੰ ਮੋਮਬੱਤੀਆਂ ਤੋਂ ਨਿਕਲਣ ਵਾਲੀ ਗੈਸ ਦੀ ਸਮੱਸਿਆ ਹੋਣ ਲੱਗੀ। ਮੂੰਹ ਵਿੱਚੋਂ ਨਿਕਲਦੀ ਲਾਰ ਵੀ ਪਰੇਸ਼ਾਨੀ ਦਾ ਕਾਰਨ ਬਣ ਰਹੀ ਸੀ, ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਅੰਤ ਵਿੱਚ ਰਿਕਾਰਡ ਬਣਾਉਣ ਵਿੱਚ ਕਾਮਯਾਬ ਹੋ ਗਿਆ। ਡੇਵਿਡ ਨੇ 35 ਸਕਿੰਟ ਤੱਕ ਮੋਮਬੱਤੀਆਂ ਨੂੰ ਮੂੰਹ ਵਿੱਚ ਫੜ ਕੇ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਅਮਰੀਕਾ ਦੇ ਗੈਰਟ ਜੇਮਸ ਦੇ ਨਾਂ ਸੀ, ਜਿਸ ਨੇ 105 ਬਲਦੀਆਂ ਮੋਮਬੱਤੀਆਂ ਮੂੰਹ 'ਚ ਰੱਖ ਕੇ ਰਿਕਾਰਡ ਬਣਾਇਆ ਸੀ।
ਅਮਰੀਕਾ ਦੀ ਨਿੱਜੀ ਪੁਲਾੜ ਕੰਪਨੀ ਸਪੇਸਐਕਸ ਨੇ 54 ਹੋਰ ਸਟਾਰਲਿੰਕ ਇੰਟਰਨੈਟ ਉਪਗ੍ਰਹਿਾਂ ਨੂੰ ਪੁਲਾੜ ਵਿੱਚ ਸਫਲਤਾਪੂਰਵਕ ਲਾਂਚ ਕੀਤਾ ਹੈ। ਫਲੋਰੀਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਦੇ ਸਪੇਸ ਲਾਂਚ ਕੰਪਲੈਕਸ 40 ਤੋਂ ਵੀਰਵਾਰ ਨੂੰ ਸਵੇਰੇ 10:50 ਤੇ ਇੱਕ ਫਾਲਕਨ 9 ਰਾਕੇਟ ਵੱਲੋਂ ਇਹ ਉਪਗ੍ਰਹਿ ਭੇਜੇ ਗਏ। ਫਾਲਕਨ 9 ਲਈ ਇਹ 10ਵੀਂ ਉਡਾਣ ਸੀ। ਸਪੇਸਐਕਸ ਮੁਤਾਬਕ ਸਟਾਰਲਿੰਕ ਉਹਨਾਂ ਸਥਾਨਾਂ ਤੇ ਤੇਜ਼ ਰਫ਼ਤਾਰ ਨਾਲ ब्रॉडबैंड इंटरनेट पहुंचाएगा जिथे पहुंच बेभरोसे होगी और महंगी ਜਾਂ पूरी तरह मुहैया नहीं है। ਭਾਰਤੀ ਭਾਈਚਾਰੇ ਦੀਆਂ ਵੱਖ-ਵੱਖ 40 ਸੰਸਥਾਵਾਂ ਵੱਲੋਂ ਕੈਲੀਫੋਰਨੀਆ ਦੇ ਸ਼ਹਿਰ ਪ੍ਰੈਜ਼ੈਂਟ ਵਿੱਚ ਦੁਸਹਿਰਾ ਅਤੇ ਦੀਵਾਲੀ ਦਾ ਤਿਉਹਾਰ ਇਕੱਠਿਆਂ ਮਨਾਇਆ ਗਿਆ। ਖਾਸ ਗੱਲ ਇਹ ਸੀ ਕਿ ਮਨਾਏ ਜਾ ਰਹੇ ਇਸ ਤਿਉਹਾਰ ਵਿੱਚ ਭਾਰਤੀ ਅਤੇ ਅਮਰੀਕੀ ਸਿਆਸਤਦਾਨ ਵੀ ਪਹੁੰਚੇ। ਮਾਹੌਲ ਇਸ ਤਰ੍ਹਾਂ ਬਣਿਆ ਹੋਇਆ ਸੀ ਜਿਵੇਂ ਭਾਰਤ 'ਚ ਕਿਸੇ ਜਗ੍ਹਾ ਮੇਲਾ ਲੱਗਿਆ ਹੋਵੇ। ਕਿਤੇ ਲੋਕ ਖਰੀਦਦਾਰੀ ਕਰ ਰਹੇ ਸੀ, ਕਿਤੇ ਖਾ ਪੀ ਰਹੇ ਸੀ, ਕਿਤੇ ਬੱਚੇ ਖੇਡ ਰਹੇ ਸੀ, ਕੋਈ ਗਾਉਣ ਪਾਣੀ ਚੱਲ ਰਿਹਾ ਸੀ। ਇਸ ਦੌਰਾਨ 25 ਫੁੱਟ ਉੱਚੇ ਰਾਵਣ ਦੇ ਪੁਤਲੇ ਨੂੰ ਅਗਲ ਭੇਂਟ ਕੀਤਾ ਗਿਆ। ਆਤਿਸ਼ਬਾਜ਼ੀ ਅਤੇ ਦੀਪਮਾਲਾ ਕੀਤੀ ਗਈ। ਭਾਰਤੀ ਐਮਬੈਸੀ ਦੇ ਕੌਂਸਲੇਟ ਜਨਰਲ TB ਨਗੇਂਦਰਾ ਪ੍ਰਸਾਦ ਅਤੇ ਭਾਈਚਾਰੇ ਦੇ ਆਗੂ ਰਾਜ ਭਨੌਟ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉੱਘੇ ਭਾਰਤੀ ਅਮਰੀਕੀ ਕਾਰੋਬਾਰੀ ਅਤੇ ਕਾਰਕੁਨ ਸਵਦੇਸ਼ ਚੈਟਰਜੀ ਨੂੰ ਅਮਰੀਕੀ ਰਾਜ ਉੱਤਰੀ ਕੈਰੋਲੀਨਾ ਦੇ ਸਿਖਰ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਚੈਟਰਜੀ ਨੂੰ ਪਿਛਲੇ 3 ਦਹਾਕਿਆਂ ਦੌਰਾਨ ਅਮਰੀਕਾ ਅਤੇ ਭਾਰਤ ਦੇ ਸੰਬੰਧਾਂ ਨੂੰ ਦ੍ਰਿੜ ਬਣਾਉਣ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਇਹ ਸਨਮਾਨ ਜਿਹੜਾ ਦਿੱਤਾ ਗਿਆ। ਉੱਤਰੀ ਕੈਰੋਲੀਨਾ ਦੇ ਗਵਰਨਰ ਰੇ ਕੂਪਰ ਨੇ ਕੈਰੀ ਸ਼ਹਿਰ 'ਚ ਸ਼ੁੱਕਰਵਾਰ ਨੂੰ ਇੱਕ ਸਮਾਰੋਹ 'ਚ 75 ਸਾਲਾ ਚੈਟਰਜੀ ਨੂੰ ਆਰਡਰ ਫॉर द ਲੌਂਗ ਲੀਫ ਪਾਈਨ ਪੁਰਸਕਾਰ ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਚੈਟਰਜੀ ਨੂੰ ਭਾਰਤ ਸਰਕਾਰ ਦੁਆਰਾ 2001 ਵਿੱਚ ਪਦਮ ਭੂਸ਼ਣ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਰਿਸ਼ੀ ਸੁਨਕ ਦੇ ਸਮਰਥਕਾਂ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਭਾਰਤੀ ਮੂਲ ਦੇ ਸਾਬਕਾ ਚਾਂਸਲਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ 100 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਸੁਨਕ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਵਜੋਂ ਲਿਜ਼ ਟਰਸ ਦੀ ਥਾਂ ਲੈਣ ਦੀ ਦੌੜ ਵਿੱਚ ਨੇ। ਜ਼ਿਕਰਯੋਗ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਜੋ ਕਿ ਕੈਰੀਬੀਅਨ ਦੇਸ਼ ਵਿੱਚ ਛੁੱਟੀਆਂ ਮਨਾ ਰਹੇ ਨੇ ਵੀ ਇਸ ਦੌੜ ਵਿੱਚ ਸ਼ਾਮਲ ਹੋਣ ਦੇ ਇਰਾਦੇ ਨਾਲ ਵਤਨ ਪਰਤ ਆਏ ਨੇ। ਇਸ ਦੇ ਨਾਲ ਹੀ 42 ਸਾਲਾ ਸੁਨਕ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਧਿਆਨਯੋਗ ਹੈ ਕਿ ਅਜੇ ਤੱਕ ਨਾ ਤਾਂ ਸੁਨਕ ਅਤੇ ਨਾ ਹੀ ਜੌਨਸਨ ਨੇ ਪਾਰਟੀ ਦਾ ਨੇਤਾ ਬਣਨ ਦੇ ਲਈ ਚੋਣ ਲੜਨ ਦਾ ਰਸਮੀ ਐਲਾਨ ਕੀਤਾ ਹੈ। ਹੁਣ ਤੱਕ ਲੀਡਰ ਆਫ ਕਾਮਨਜ਼ ਪੈਨੀ ਮੋਰਡੈਂਟ ਹੀ ਅਜਿਹੇ ਉਮੀਦਵਾਰ ਨੇ ਜਿਨ੍ਹਾਂ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਸਾਬਕਾ ਵਿੱਤ ਮੰਤਰੀ ਸੁਨਕ ਨੂੰ ਟੋਰੀ ਪਾਰਟੀ ਦੇ ਕੁਝ ਮੰਤਰੀਆਂ ਅਤੇ ਟੋਰੀ ਪਾਰਟੀ ਦੇ ਵੱਖ-ਵੱਖ ਧੜਿਆਂ ਦੇ ਕੁਝ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਬ ਨੇ BBC ਨੂੰ ਦੱਸਿਆ ਕਿ ਗਰਮੀਆਂ ਲਈ ਰਿਸ਼ੀ ਦੀ ਯੋਜਨਾ ਬਿਲਕੁਲ ਸਹੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਅਜੇ ਵੀ ਸਹੀ ਯੋਜਨਾ ਹੈ। ਉਹਨਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਉਹ ਕੁਝ ਸਥਿਰਤਾ ਲਿਆਉਣ ਅਤੇ ਲੱਖਾਂ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਉਣ ਦੇ ਦੇਸ਼ ਵਿੱਚ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਯੋਗ ਉਮੀਦਵਾਰ ਨੇ। ਰਾਬ ਨੇ ਕਿਹਾ ਅਸੀਂ ਪਿੱਛੇ ਨਹੀਂ ਜਾ ਸਕਦੇ। ਅਸੀਂ ਪਾਰਟੀਗੇਟ ਵਰਗੀ ਕੋਈ ਹੋਰ ਘਟਨਾ ਦੁਬਾਰਾ ਨਹੀਂ ਚਾਹੁੰਦੇ। ਸਾਨੂੰ ਦੇਸ਼ ਅਤੇ ਸਰਕਾਰ ਨੂੰ ਅੱਗੇ ਲੈ ਕੇ ਜਾਣਾ ਹੈ। ਘਟਨਾਕ੍ਰਮ ਵਿੱਚ ਨਵਾਂ ਮੋੜ ਸਕਾਈ ਨਿਊਜ਼ ਦੀ ਖਬਰ ਨਾਲ ਆਇਆ ਜਿਸ ਵਿੱਚ ਉਸਨੇ ਡੋਮਿਨਿਕ ਰਿਪਬਲਿਕ ਤੋਂ ਜੌਨਸਨ ਨੂੰ ਪਤਨੀ ਅਤੇ ਬੱਚਿਆਂ ਨਾਲ ਲੰਡਨ ਪਰਤਦਾ ਦਿਖਾਇਆ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਦੇ ਸਹਿਯੋਗੀਆਂ ਨੇ ਸੰਕੇਤ ਦਿੱਤਾ ਹੈ ਕਿ ਉਹ 10 ਡਾਊਨਿੰਗ ਸਟਰੀਟ ਤੇ ਜੌਨਸਨ ਦੀ ਵਾਪਸੀ ਦਾ ਸਮਰਥਨ ਕਰਦੇ ਨੇ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੰਜਾਬੀ ਨੂੰ ਪ੍ਰੇਮਿਕਾ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਤੇ ਉਸ ਮਗਰੋਂ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੀ ਜਸਟਿਸ ਜੀਨ ਵਾਚਕ ਨੇ ਮੰਗਲਵਾਰ ਨੂੰ ਹਰਜੋਤ ਸਿੰਘ ਦਿਓ ਨੂੰ ਕਤਲੇਆਮ ਲਈ 5 ਸਾਲ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਦੋ ਵੱਖ-ਵੱਖ ਘਟਨਾਵਾਂ ਵਿੱਚ ਲਗਾਤਾਰ 2 ਵਾਰੀ ਬੇਇੱਜ਼ਤੀ ਦੇ ਦੋਸ਼ ਦੇ ਲਈ 2 ਸਾਲ ਦੀ ਸਜ਼ਾ ਵੀ ਸੁਣਾਈ ਗਈ ਹੈ। CBC ਨਿਊਜ਼ ਨੇ ਦੱਸਿਆ ਹੈ ਕਿ 1 ਅਗਸਤ 2017 ਨੂੰ 19 ਸਾਲਾ ਨੌਜਵਾਨ ਨੇ ਗਲਤੀ ਨਾਲ ਭਵਿਕਿਰਨ ਢੇਸੀ ਦੇ ਸਿਰ 'ਚ ਗੋਲੀ ਮਾਰ ਦਿੱਤੀ ਸੀ। ਅਦਾਲਤ ਨੂੰ ਦੱਸਿਆ ਕਿ ਜੋੜਾ ਆਪਣੇ ਮਾਤਾ-ਪਿਤਾ ਦੇ ਸਰੀ ਸਥਿਤ ਘਰ ਵਿੱਚ ਆਪਣੇ ਬੈਡਰੂਮ 'ਚ ਸੀ ਤੇ ਪਿਸਤੌਲ ਜੇਬ 'ਚੋਂ ਕੱਢਦਿਆਂ ਇਸ ਵਿੱਚ ਗੋਲੀ ਚੱਲ ਗਈ। ਢੇਸੀ ਮੰਜੇ ਤੇ ਡਿੱਗ ਪਈ ਤੇ ਦਿਓ ਨੇ ਮਦਦ ਦੇ ਲਈ ਐਮਰਜੈਂਸੀ ਨੂੰ ਨਹੀਂ ਬੁਲਾਇਆ, ਸਗੋਂ ਉਸਨੇ ਲਾਸ਼ ਨੂੰ ਆਪਣੇ ਵਾਹਨ ਤੇ ਪਿੱਛੇ ਰੱਖ ਦਿੱਤਾ ਤੇ ਇਕਾਂਤ ਸੜਕ ਤੇ ਚੱਲ ਗਿਆ ਤੇ ਵਾਹਨ ਨੂੰ ਅੱਗ ਲਗਾ ਦਿੱਤੀ। ਹੱਤਿਆ ਲਈ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਅੱਗ ਬੁਝਾਉਣ ਲਈ ਪਹੁੰਚੇ ਇੱਕ ਫਾਇਰ ਬ੍ਰਿਗੇਡ ਨੇ ਢੇਸੀ ਦੀ ਲਾਸ਼ ਨੂੰ ਪਿਛਲੇ ਹਿੱਸੇ 'ਚ ਪਾਇਆ ਕਿਉਂਕਿ ਕੇਵਲ ਗੱਡੀ ਦਾ ਅਗਲਾ ਹਿੱਸਾ ਸੜਿਆ ਹੋਇਆ ਸੀ। ਇਸ ਦੌਰਾਨ ਘਟਨਾ ਸਥਾਨ ਤੇ ਇੱਕ ਖੋਲ ਦਾ ਡੱਬਾ ਮਿਲਿਆ ਤੇ ਇਹ ਲਾਸ਼ ਤੋਂ ਬਰਾਮਦ ਹੋਈ ਗੋਲੀ ਨਾਲ ਮੇਲ ਖਾਂਦਾ ਹੈ। 1 ਮਹੀਨੇ ਬਾਅਦ ਉਸ ਉੱਤੇ ਮਨੁੱਖੀ ਅਵਸ਼ੇਸ਼ਾਂ ਵਿੱਚ ਅਸ਼ਲੀਲ ਦਖਲਅੰਦਾਜ਼ੀ ਕਰਨ ਜਾਂ ਅਪਮਾਨ ਦੀ ਪੇਸ਼ਕਸ਼ ਕਰਨ ਦਾ ਦੋਸ਼ ਵੀ ਲਗਾਇਆ ਗਿਆ ਸੀ।
ਢੇਸੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ 7 ਸਾਲ ਦੀ ਸਜ਼ਾ ਕਾਫੀ ਨਹੀਂ ਸੀ। ਉਸ ਦੀ ਚਚੇਰੀ ਭੈਣ ਕੈਟ ਪੱਖ ਨੇ ਕਿਹਾ ਕਿ ਜਦੋਂ ਉਸਨੇ ਸਜ਼ਾ ਸੁਣੀ ਤਾਂ ਉਹ ਗੁੱਸੇ ਵਿੱਚ ਸੀ। ਮੈਨੂੰ ਸਮਝ ਨਹੀਂ ਆਉਂਦੀ ਕਿ ਉਸ ਨੂੰ ਨਿਆਂ ਕਿਵੇਂ ਕਹਿ ਸਕਦੇ ਨੇ। ਉਸਨੇ ਕਿਹਾ ਸਿਸਟਮ ਅਪਰਾਧੀਆਂ ਲਈ ਜ਼ਿਆਦਾ ਹੈ ਨਾ ਕਿ ਪੀੜਤਾਂ ਦੇ ਲਈ। ਢੇਸੀ ਨੇ ਚਾਚਾ ਕੁਲਵੰਤ ਢੇਸੀ ਨੇ ਕਿਹਾ ਹੈ ਕਿ ਅਸੀਂ ਸਜ਼ਾ ਤੋਂ ਖੁਸ਼ ਨਹੀਂ ਹਾਂ। ਜਦੋਂ ਉਹਨਾਂ ਨੇ ਸਰੀਰ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਕਤਲੇਆਮ ਨੂੰ ਕਿਵੇਂ ਵਿਚਾਰ ਸਕਦੇ ਹਾਂ। ਉਸਨੇ ਕਿਹਾ ਹੈ 20 ਸਾਲ ਹੋਣੀ ਚਾਹੀਦੀ ਹੈ। ਦਿਓ ਨੇ ਫਰਵਰੀ ਵਿੱਚ ਕਤਲੇਆਮ ਤੇ ਬੇਇੱਜ਼ਤੀ ਦੇ ਦੋਸ਼ਾਂ ਨੂੰ ਸਵੀਕਾਰ ਕੀਤਾ ਸੀ। ਰਾਸ਼ਟਰਪਤੀ ਪੁਤਿਨ ਦੀ ਫੌਜ ਵੱਲੋਂ ਯੂਕਰੇਨ ਤੇ ਬੰਬਾਰੀ ਜਾਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਸ਼ਨੀਵਾਰ ਨੂੰ ਹੋਏ ਵੱਡੇ ਹਮਲੇ ਵਿੱਚ ਮਾਸਕੋ ਤੋਂ 36 ਰਾਕੇਟ ਦਾਗੇ ਗਏ ਸਨ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਨ੍ਹਾਂ ਚੋਂ ਜ਼ਿਆਦਾਤਰ ਨੂੰ ਡੇਗਿਆ ਗਿਆ, ਪਰ ਕੁਝ ਮਿਜ਼ਾਈਲਾਂ ਨੇ ਪਾਵਰ ਪਲਾਂਟਾਂ ਤੇ ਵਾਟਰ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ। ਇਸ ਕਾਰਨ ਕਰੀਬ 10 ਲੱਖ ਲੋਕ ਹਨੇਰੇ ਵਿੱਚ ਰਹਿਣ ਲਈ ਮਜਬੂਰ ਨੇ। ਜ਼ੈਲੈਂਸਕੀ ਨੇ ਅੱਗੇ ਕਿਹਾ ਕਿ ਮਾਸਕੋ ਜਾਣਬੁੱਝ ਕੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਅਤੇ ਉਹਨਾਂ ਤੇ ਹਮਲੇ ਕਰ ਰਿਹਾ। ਦੂਜੇ ਪਾਸੇ ਰੂਸੀ ਅਧਿਕਾਰੀਆਂ ਨੇ ਖੇਰਸਨ ਵਿੱਚ ਰਹਿ ਰਹੇ ਨਾਗਰਿਕਾਂ ਨੂੰ ਛੱਡਣ ਕਰਨ ਦੇ ਹੁਕਮ ਦਿੱਤੇ ਨੇ। ਹੁਣ ਤੱਕ ਇਹਨਾਂ ਲੋਕਾਂ ਨੂੰ ਛੱਡਣ ਕਰਨ ਦਾ ਕੰਮ ਹੌਲੀ-ਹੌਲੀ ਚੱਲ ਰਿਹਾ ਸੀ, ਪਰ ਮਾਸਕੋ ਨੂੰ ਡਰ ਹੈ ਕਿ ਯੂਕਰੇਨ ਇੱਥੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਕਰੀਬ 8 ਮਹੀਨੇ ਪਹਿਲਾਂ ਰੂਸ ਯੂਕਰੇਨ ਯੁੱਧ ਤੋਂ ਸ਼ੁਰੂ ਹੋਈ ਲੜਾਈ ਹੁਣ ਤੱਕ ਆਪਣੇ ਖਤਰਨਾਕ ਮੁਕਾਮ ਤੇ ਪਹੁੰਚ ਗਈ ਹੈ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਸੰਘਰਸ਼ ਦਾ ਕੋਈ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਯੂਕਰੇਨ ਤੇ ਰੂਸੀ ਹਮਲਿਆਂ ਦਾ ਅਸਰ ਹੋਰ ਵੀ ਦਿਖਾਈ ਦੇਣ ਲੱਗਾ ਹੈ। ਰੂਸ ਨੇ ਯੂਕਰੇਨ ਦੇ ਖਿਲਾਫ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਯੂਕਰੇਨ ਮਜ਼ਬੂਤੀ ਨਾਲ ਰੂਸੀ ਹਮਲਿਆਂ ਦਾ ਸਾਹਮਣਾ ਕਰ ਰਿਹਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਈ ਫੋਰਮਾਂ ਤੇ ਯੂਕਰੇਨ ਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਵੱਲ ਇਸ਼ਾਰਾ ਕੀਤਾ ਹੈ, ਜਿਸ ਤੋਂ ਬਾਅਦ ਰੂਸ ਦੁਆਰਾ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਐਨਰਹੌਦਰ ਦੇ ਮੇਅਰ ਦਮਿਤਰੋ ਨੇ ਕਿਹਾ ਕਿ ਸ਼ਹਿਰ ਵਿੱਚ ਬਿਜਲੀ ਅਤੇ ਪਾਣੀ ਦੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਯੂਕਰੇਨ ਦੇ ਦੱਖਣ ਕੇਂਦਰ ਖੇਤਰ ਵਿੱਚ ਸਥਿਤ ਕਰੀਬੀ ਰਹਿ ਵਿੱਚ ਇੱਕ ਪਾਵਰ ਪਲਾਂਟ ਮਿਜ਼ਾਈਲ ਹਮਲੇ ਵਿੱਚ ਬੁਰੀ ਤਰ੍ਹਾਂ ਤਬਾਹ ਹੋ ਗਿਆ। ਇਹ ਨਾਗਰਿਕ ਟੀਚਿਆਂ ਤੇ ਰੂਸੀ ਮਿਜ਼ਾਈਲਾਂ ਦੁਆਰਾ ਡਰੋਨ ਹਮਲਿਆਂ ਦਾ ਨਤੀਜਾ। ਕੀਵ ਨੇ ਆਪਣੇ ਪੱਛਮੀ ਸਹਿਯੋਗੀ ਈਰਾਨ ਦੀ ਸਖਤ ਆਲੋਚਨਾ ਕੀਤੀ ਹੈ, ਜਿਸ ਨੇ ਇਹਨਾਂ ਹਮਲਿਆਂ ਲਈ ਰੂਸ ਨੂੰ ਡਰੋਨ ਸਪਲਾਈ ਕੀਤੇ ਸਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਕਿਹਾ ਕਿ ਰੂਸੀ ਹਮਲੇ ਵਿੱਚ 397 ਬੱਚਿਆਂ ਸਮੇਤ 6322 ਯੂਕਰੇਨੀਅਨ ਮਾਰੇ ਗਏ। ਸ਼ੀ ਜਿਨਪਿੰਗ ਨੂੰ ਲਗਾਤਾਰ ਤੀਜੀ ਵਾਰ ਚੀਨ ਦਾ ਰਾਸ਼ਟਰਪਤੀ ਬਣਾਇਆ ਗਿਆ। ਆਪਣੀ ਨਿਯੁਕਤੀ ਤੋਂ ਪਹਿਲਾਂ ਹੀ ਸ਼ੀ ਜਿਨਪਿੰਗ ਨੇ ਸੀਪੀਸੀ ਮੀਟਿੰਗ ਤੋਂ ਆਪਣੇ ਕਈ ਵਿਰੋਧੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਹੁਣ ਉਹ ਇੱਕ ਵਾਰ ਫਿਰ ਚੀਨ ਦੀ ਸੱਤਾ ਤੇ ਕਾਬਜ਼ ਹੋ ਗਏ ਨੇ। ਹਫ਼ਤੇ ਭਰ ਚੱਲੀ 20ਵੀਂ ਸੀਪੀਸੀ ਨੈਸ਼ਨਲ ਕਾਂਗਰਸ ਸ਼ਨੀਵਾਰ ਨੂੰ ਸਮਾਪਤ ਹੋਈ, ਜਿਸ ਵਿੱਚ 2296 ਡੈਲੀਗੇਟਾਂ ਨੇ 205 ਮੈਂਬਰੀ ਕੇਂਦਰੀ ਕਮੇਟੀ ਦੀ ਚੋਣ ਕੀਤੀ। ਚੀਨ ਵਿੱਚ ਸੱਤਾ ਦਾ ਅਸਲੀ ਚਿਹਰਾ ਪੋਲੀਟੋ ਬਿਊਰੋ ਅਤੇ ਇਸ ਦੀ ਸਥਾਈ ਕਮੇਟੀ ਨੂੰ ਮੰਨਿਆ ਜਾਂਦਾ ਹੈ। ਸਥਾਈ ਕਮੇਟੀ ਦੀ ਅਗਵਾਈ ਜਨਰਲ ਸਕੱਤਰ ਕਰਦੇ ਨੇ ਅਤੇ ਜਨਰਲ ਸਕੱਤਰ ਕੇਂਦਰੀ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਅਤੇ ਚੀਨ ਦੇ ਪ੍ਰਧਾਨ ਹੁੰਦੇ ਨੇ। ਸੀਪੀਸੀ ਦੀ ਨਵੀਂ ਟੀਮ ਵਿੱਚ ਜਿਨਪਿੰਗ ਨੇ ਸਾਰੇ ਵਿਰੋਧੀਆਂ ਨੂੰ ਹਟਾ ਕੇ ਆਪਣੇ ਭਰੋਸੇਮੰਦ ਲੋਕਾਂ ਨੂੰ ਐਂਟਰੀ ਦਿੱਤੀ ਹੈ। ਜਿਨਪਿੰਗ ਨੇ ਹੁਣ ਚੀਨ ਦੀ ਸਰਕਾਰ ਦਾ ਅਸਲੀ ਕਿਰਦਾਰ ਦੁਨੀਆ ਸਾਹਮਣੇ ਪੇਸ਼ ਕੀਤਾ ਹੈ। ਜਿਨਪਿੰਗ ਹੁਣ ਆਪਣੀ ਮੌਤ ਤੱਕ ਚੀਨ ਦੇ ਰਾਸ਼ਟਰਪਤੀ ਬਣੇ ਰਹਿਣਗੇ। ਹੁਣ ਅਜਿਹੀ ਸਥਿਤੀ ਵਿੱਚ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਤੇਜ਼ੀ ਨਾਲ ਬਦਲਾਅ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜਿਨਪਿੰਗ ਖਿਲਾਫ ਚੀਨ 'ਚ ਬਗਾਵਤ ਵੀ ਤੇਜ਼ ਹੋ ਸਕਦੀ ਹੈ। ਦੱਸਿਆ ਜਾ ਰਿਹਾ ਸੀਗਾ ਕਿ ਸੀਪੀਸੀ ਅਤੇ ਪੀਪਲਜ਼ ਲਿਬਰੇਸ਼ਨ ਆਰਮੀ ਵਿੱਚ ਅਜੇ ਵੀ ਕਈ ਤਾਕਤਵਰ ਲੋਕ ਨੇ ਜੋ ਆਉਣ ਵਾਲੇ ਸਮੇਂ ਵਿੱਚ ਜਿਨਪਿੰਗ ਨੂੰ ਉਲਟਾ ਸਕਦੇ ਨੇ। ਹੁਣ ਸ਼ੀ ਜਿਨਪਿੰਗ ਦੀਆਂ ਕੁਝ ਖਾਸ ਗੱਲਾਂ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸ਼ੀ ਜਿਨਪਿੰਗ 1949 ਤੋਂ ਬਾਅਦ ਪੈਦਾ ਹੋਏ ਪਹਿਲੇ ਚੀਨੀ ਨੇਤਾ ਨੇ, ਜਦੋਂ ਮਾਓ ਦੀਆਂ ਕਮਿਊਨਿਸਟ ਤਾਕਤਾਂ ਨੇ ਲੰਬੇ ਘਰੇਲੂ ਯੁੱਧ ਤੋਂ ਬਾਅਦ ਸੱਤਾ ਸੰਭਾਲੀ ਸੀ। ਪਿਤਾ ਦੀ ਮੌਤ ਕਾਰਨ ਉਹਨਾਂ ਨੂੰ ਕਈ ਸਾਲਾਂ ਤੱਕ ਪਰਿਵਾਰ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਫਿਰ ਵੀ ਉਹ ਹੌਲੀ-ਹੌਲੀ ਪਾਰਟੀ ਵਿੱਚ ਹਰ ਪੱਧਰ ਤੇ ਕੰਮ ਕਰਦੇ ਹੋਏ ਇਸ ਮੁਕਾਮ ਤੇ ਨੇ। ਅੱਜ ਉਹਨਾਂ ਤੇ ਪਹੁੰਚਣ ਵਿੱਚ ਕਾਮਯਾਬ ਰਹੇ ਨੇ। 1969 ਵਿੱਚ ਕਾਉਂਟੀ ਪੱਧਰ ਦੇ ਪਾਰਟੀ ਸਕੱਤਰ ਵਜੋਂ ਵੀ ਸ਼ੁਰੂਆਤ ਕੀਤੀ ਸੀ। ਫਿਰ 1999 ਵਿੱਚ ਤੱਟਵਰਤੀ ਫੁਜ਼ਿਆਨ ਸੂਬੇ ਦਾ ਗਵਰਨਰ ਵੀ ਬਣੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਅਗਲੇ ਸਾਲ ਮਾਰਚ ਵਿੱਚ ਹੋ ਰਹੇ G20 ਸੰਮੇਲਨ ਕੌਮਾਂਤਰੀ ਮੰਚ ਉੱਤੇ ਪੰਜਾਬ ਨੂੰ ਵਪਾਰ ਲਈ ਤਰਜੀਹੀ ਸਥਾਨ ਵਜੋਂ ਉਭਾਰੇਗਾ। ਉਹਨਾਂ ਨੇ ਕਿਹਾ ਕਿ ਇਸ ਸੰਮੇਲਨ ਨੂੰ ਸਫਲ ਬਣਾਉਣ ਵਿੱਚ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। G20 ਸੰਮੇਲਨ ਤਹਿਤ ਇੱਥੇ ਹੋਣ ਵਾਲੇ ਸਮਾਗਮ ਦਾ ਮੁੱਖ ਮੁੱਦਾ ਸਿੱਖਿਆ ਹੋਏਗਾ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਵੱਖ-ਵੱਖ ਮੁਲਕਾਂ ਦੇ ਨੁਮਾਇੰਦੇ ਆਉਣਗੇ।
ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ। ਜਲਿਆਂਵਾਲੇ ਬਾਗ ਵਿੱਚ ਸ਼ਹੀਦੀ ਸਮਾਰਕ, ਅਟਾਰੀ ਸਰਹੱਦ, ਖਾਲਸਾ ਕਾਲਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪਿੰਡਾਂ ਵਿੱਚ ਵੀ ਲਿਜਾਇਆ ਜਾਏਗਾ। ਉਹਨਾਂ ਨੇ ਕਿਹਾ ਹੈ ਕਿ ਸਮਾਗਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਨੂੰ ਪ੍ਰਬੰਧਕੀ ਆਧਾਰ ਉੱਤੇ 5 ਪ੍ਰਮੁੱਖ ਸੈਕਟਰਾਂ ਵਿੱਚ ਵੰਡਿਆ ਜਾਏਗਾ। ਪ੍ਰੋਗਰਾਮ ਦੀ ਸਫਲਤਾ ਦੇ ਲਈ ਕੈਬਨਿਟ ਸਬ ਕਮੇਟੀ ਵੀ ਬਣਾਈ ਗਈ ਹੈ। ਚੀਨ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਗਿਆ। ਹਰ ਰੋਜ਼ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ। ਸ਼ਨੀਵਾਰ ਨੂੰ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 1998 ਹੋ ਗਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 1006 ਨਵੇਂ ਮਾਮਲੇ ਸਾਹਮਣੇ ਆਏ ਸੀ। ਚੀਨ ਵਿੱਚ ਕੋਰੋਨਾ ਕਾਰਨ ਹਾਲਾਤ ਵਿਗੜਦੇ ਜਾ ਰਹੇ ਨੇ ਅਤੇ ਇਸ ਕਾਰਨ ਗੁਆਂਢੀ ਦੇਸ਼ਾਂ ਦੀ ਚਿੰਤਾ ਵੀ ਵੱਧਦੀ ਜਾ ਰਹੀ ਹੈ। ਚੀਨ ਦੇ ਸਿਹਤ ਵਿਭਾਗ ਦੇ ਮੁਤਾਬਕ 22 ਅਕਤੂਬਰ ਨੂੰ ਕੋਰੋਨਾ ਦੇ 998 ਨਵੇਂ ਮਾਮਲੇ ਸਾਹਮਣੇ ਆਏ ਸੀ। ਇਹਨਾਂ ਵਿੱਚੋਂ 207 ਮਰੀਜ਼ਾਂ ਵਿੱਚ ਇਲਾਜ ਦੇ ਸਪਸ਼ਟ ਲੱਛਣ ਸੀ, ਜਦਕਿ 791 ਮਰੀਜ਼ਾਂ ਵਿੱਚ ਲੱਛਣ ਨਹੀਂ ਸਨ। ਐਸਿਮਪਟੋਮੈਟਿਕ ਦਾ ਮਤਲਬ ਹੈ ਕਿ ਉਹ ਮਰੀਜ਼ ਜਿਨ੍ਹਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਨੇ। ਇਸ ਤੋਂ ਇੱਕ ਦਿਨ ਪਹਿਲਾਂ ਯਾਨੀ 21 ਅਕਤੂਬਰ ਨੂੰ ਕੋਰੋਨਾ ਦੇ 1006 ਨਵੇਂ ਮਾਮਲੇ ਸਾਹਮਣੇ ਆਏ ਸੀ। ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਆਪ ਵੱਲੋਂ 20 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਲਿਸਟ ਵਿੱਚ ਅਰਵਿੰਦ ਕੇਜਰੀਵਾਲ, ਸਰਦਾਰ ਭਗਵੰਤ ਸਿੰਘ ਮਾਨ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਸੰਦੀਪ ਪਾਠਕ, ਰਾਘਵ ਚੱਡਾ, ਸਤਿੰਦਰ ਜੈਨ, ਸਰਦਾਰ ਹਰਜੋਤ ਸਿੰਘ ਬਾਂਸ, ਦੁਰਗੇਸ਼ ਪਾਠਕ, ਅਜੇ ਦੱਤ, ਸੁਰਜੀਤ ਸਿੰਘ ਠਾਕਰ, ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਥੇਅਰ, ਅਮਨ ਅਰੋੜਾ, ਲਾਲ ਚੰਦ ਕਟਾਰੂ ਚੱਕ ਆਦਿ ਦੇ ਨਾਮ ਸ਼ਾਮਲ ਨੇ। ਦੱਸ ਦਈਏ ਕਿ 68 ਵਿਧਾਨ ਸਭਾ ਸੀਟਾਂ ਵਾਲੇ ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਇੱਕ ਪਹਾੜ ਵਿੱਚ ਵੋਟਾਂ ਪੈਣੀਆਂ ਨੇ। 26 ਦਿਨ ਬਾਅਦ 8 ਦਸੰਬਰ ਨੂੰ ਗਿਣਤੀ ਹੋਏਗੀ। ਵਿਧਾਨ ਸਭਾ ਦਾ ਕਾਰਜਕਾਲ 8 ਜਨਵਰੀ 2023 ਨੂੰ ਖਤਮ ਹੋ ਰਿਹਾ। ਸਾਲ 2017 ਦੀਆਂ ਚੋਣਾਂ ਵਿੱਚ ਭਾਜਪਾ ਨੇ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਸੀ। 2017 ਦੀਆਂ ਚੋਣਾਂ ਵਿੱਚ ਭਾਜਪਾ ਨੇ 44, ਕਾਂਗਰਸ ਨੇ 22 ਸੀਟਾਂ ਤੇ ਜਿੱਤ ਦਰਜ ਕੀਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਵੱਲੋਂ ਸੁਨਾਮ ਵਿੱਚ ਡੇਰਾ ਖੋਲ੍ਹਣ ਦੇ ਐਲਾਨ ਤੇ ਪ੍ਰਤੀਕਿਰਿਆ ਦਿੰਦਿਆਂ ਸਰਕਾਰ ਤੋਂ ਉਸ ਦੀਆਂ ਗਤੀਵਿਧੀਆਂ ਤੇ ਤੁਰੰਤ ਲਗਾਉਣ ਦੀ ਰੋਕ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਕਿਰਦਾਰ ਗੈਰ ਸਮਾਜਿਕ ਹੈ ਅਤੇ ਉਸ ਤੇ ਲੱਗੇ ਦੋਸ਼ ਬੇਹੱਦ ਸੰਗੀਨ ਨੇ। ਬਲਾਤਕਾਰ ਅਤੇ ਹੱਤਿਆ ਦੇ ਮਾਮਲਿਆਂ ਵਿੱਚ ਸਜ਼ਾ ਯਾਫਤ ਰਾਮ ਰਹੀਮ ਬੇਅਦਬੀ ਮਾਮਲਿਆਂ ਦਾ ਮੁੱਖ ਦੋਸ਼ੀ ਹੈ। ਉਹਨਾਂ ਨੇ ਕਿਹਾ ਕਿ ਇਸ ਵਿਵਾਦਤ ਵਿਅਕਤੀ ਵੱਲੋਂ ਪੰਜਾਬ ਵਿੱਚ ਡੇਰਾ ਖੋਲ੍ਹਣ ਦੇ ਐਲਾਨ ਨਾਲ ਸਿੱਖ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ ਅਤੇ ਇਸ ਨਾਲ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਬੇਹੱਦ ਸੰਜੀਦਾ ਮਾਮਲੇ ਤੇ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਵੇ ਅਤੇ ਸੰਕਲਪ ਕਰੇ ਕਿ ਡੇਰਾ ਸਿਰਸਾ ਦੀ ਕੋਈ ਵੀ ਸ਼ਾਖਾ ਪੰਜਾਬ ਵਿੱਚ ਨਾ ਬਣੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਹੈ ਕਿ ਆਪਣੀਆਂ ਘਟੀਆਂ ਕਿਰਦਾਰਾਂ ਤੇ ਗਤੀਵਿਧੀਆਂ ਕਰਕੇ ਜੇਲ੍ਹ ਅੰਦਰ ਬੰਦ ਰਾਮ ਰਹੀਮ ਨੂੰ ਪਹਿਲਾਂ ਹੀ ਬਾਰ-ਬਾਰ ਪੈਰੋਲ ਦੇ ਕੇ ਸਿੱਖ ਮਾਨਸਿਕਤਾ ਨੂੰ ਸੱਟ ਮਾਰੀ ਜਾ ਰਹੀ ਹੈ ਅਤੇ ਹੁਣ ਉਸ ਵੱਲੋਂ ਸੁਨਾਮ ਵਿੱਚ ਡੇਰਾ ਖੋਲ੍ਹਣ ਦਾ ਐਲਾਨ ਕਰਨਾ ਸਾਜ਼ਿਸ਼ ਹੈ। ਉਹਨਾਂ ਨੇ ਆਖਿਆ ਕਿ ਸਿੱਖ ਕੌਮ ਉਸ ਦੀ ਇਸ ਹਰਕਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਆਗਿਆ ਨਾ ਦੇਵੇ। ਉਹਨਾਂ ਇੱਕ ਵਾਰ ਫਿਰ ਸਪਸ਼ਟ ਕੀਤਾ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੰਜਾਬ ਅੰਦਰ ਕਿਸੇ ਵੀ ਗਤੀਵਿਧੀ ਨੂੰ ਪ੍ਰਵਾਨ ਨਹੀਂ ਕੀਤਾ ਜਾਏਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ ਵੱਲੋਂ ਦਿੱਤੇ ਗਏ ਮੰਗ ਪੱਤਰ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਆਦੇਸ਼ ਜਾਰੀ ਕੀਤੇ ਨੇ। ਉਹਨਾਂ ਨੇ ਕਿਹਾ ਕਿ ਸਮੂਹ ਸਿੱਖ ਸੰਗਤਾਂ ਤੇ ਕਮੇਟੀ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਰਨਲ ਇਜਲਾਸ ਨੂੰ 10 ਦਿਨ ਅੱਗੇ ਕਰ ਦਿੱਤਾ ਜਾਏ ਤਾਂ ਜੋ ਸ਼੍ਰੋਮਣੀ ਕਮੇਟੀ ਮੈਂਬਰ ਆਪੋ ਆਪਣੀਆਂ ਹਲਕਿਆਂ ਵਿੱਚ ਗੁਰਪੁਰਬ ਦੇ ਪ੍ਰਚਾਰ ਪ੍ਰਬੰਧ ਸੁਚਾਰੂ ਰੂਪ ਵਿੱਚ ਉਲੀਕ ਸਕਣ। ਯਾਦ ਰਹੇ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਬਾਅਦ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਰਨਲ ਇਜਲਾਸ ਬੁਲਾਇਆ ਸੀ। ਇਸ ਵਾਰ ਅੰਤਰਿੰਗ ਕਮੇਟੀ ਤੇ ਜਰਨਲ ਬਾਡੀ ਦੀ ਚੋਣ ਹੋਣੀ ਸੀ। ਅਫਗਾਨਿਸਤਾਨ ਦੇ ਪੂਰਬੀ ਸੂਬੇ ਪਖਤਿਕਤਾ ਤੋਂ ਧਮਾਕਾ ਹੋਣ ਦੀ ਸੂਚਨਾ ਮਿਲੀ। ਦੱਸਿਆ ਜਾ ਰਿਹਾ ਕਿ ਇਹ ਧਮਾਕਾ ਮੋਰਟਾਰ ਦੇ ਗੋਲੇ ਦੇ ਧਮਾਕੇ ਨਾਲ ਹੋਇਆ। ਜਦੋਂ ਤੱਕ ਖਬਰ ਲਿਖੀ ਗਈ ਸੀ ਉਦੋਂ ਤੱਕ ਹਾਦਸੇ ਵਿੱਚ 2 ਬੱਚਿਆਂ ਦੀ ਮੌਕੇ ਤੇ ਮੌਤ ਹੋ ਗਈ ਸੀ, ਜਦਕਿ 2 ਲੋਕ ਹੋਰ ਜ਼ਖਮੀ ਹੋਏ ਸਨ। ਅਧਿਕਾਰਤ ਬਿਆਨਾਂ ਦੇ ਮੁਤਾਬਕ ਇਹ ਧਮਾਕਾ ਕੋਈ ਅੱਤਵਾਦੀ ਹਮਲਾ ਨਹੀਂ ਸੀ। ਇੱਥੇ ਇੱਕ ਗੇਮ ਵਿੱਚ ਬੱਚਿਆਂ ਨੇ ਕਲਾਈਵ ਮੋਰਟਾਰ ਨੂੰ ਅੱਗ ਲਾ ਦਿੱਤੀ, ਇਸ ਕਾਰਨ ਇਹ ਧਮਾਕਾ ਹੋਇਆ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਵੱਧਦੇ ਦਬਦਬੇ ਕਾਰਨ ਪਾਕਿਸਤਾਨ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਰਿਕਾਰਡ 51% ਵਾਧਾ ਹੋਇਆ। ਇਹ ਜਾਣਕਾਰੀ ਇੱਕ ਸਥਾਨਕ ਥਿੰਕ ਟੈਂਕ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ।
ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਕਟਸ ਸੁਸਾਇਟੀ ਅਧੀਨ ਕੰਮ ਕਰਦੇ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ 6ਵੇਂ ਪੇ ਕਮਿਸ਼ਨ ਅਨੁਸਾਰ ਗ੍ਰੇਡ ਪੇ ਅਤੇ ਸਰਵਿਸ ਰੂਲਸ ਲਾਗੂ ਕਰਨ ਸੰਬੰਧੀ ਕਾਰਵਾਈ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਸੰਬੰਧੀ ਸਿੱਖਿਆ ਵਿਭਾਗ ਵੱਲੋਂ ਆਪਣੇ ਨਾਲ ਸੰਬੰਧਿਤ ਕੰਮ ਪੂਰਾ ਕਰ ਲਿਆ ਗਿਆ ਤੇ ਅਗਲੇਰੀ ਕਾਰਵਾਈ ਲਈ ਫਾਈਲ ਵਿੱਤ ਵਿਭਾਗ ਨੂੰ ਪਰਸੋਨਲ ਵਿਭਾਗ ਨੂੰ ਭੇਜੀ ਗਈ ਹੈ। ਉਹਨਾਂ ਨੇ ਕਿਹਾ ਕਿ ਵਿੱਤ ਅਤੇ ਪਰਸੋਨਲ ਵਿਭਾਗ ਤੋਂ ਪ੍ਰਵਾਨਗੀ ਜਲਦ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਕੰਪਿਊਟਰ ਅਧਿਆਪਕਾਂ ਨੂੰ ਲਾਭ ਦੇਣ ਸੰਬੰਧੀ ਐਲਾਨ ਬਹੁਤ ਜਲਦ ਕਰ ਦਿੱਤਾ ਜਾਏਗਾ। ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ 6ਵੇਂ ਪੇ ਕਮਿਸ਼ਨਰ ਅਨੁਸਾਰ ਗ੍ਰੇਡ ਪੇ ਅਤੇ ਸਰਵਿਸ ਰੂਲਸ ਲਾਗੂ ਕਰਨ ਦੇ ਲਈ ਵਿੱਤ ਅਤੇ ਪਰਸੋਨਲ ਵਿਭਾਗ ਦੀ ਪ੍ਰਵਾਨਗੀ ਲੈਣੀ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਕਾਰਵਾਈ ਦੀ ਉਹ ਖੁਦ ਲਗਾਤਾਰ ਨਿਗਰਾਨੀ ਕਰ ਰਹੇ ਨੇ ਅਤੇ ਇਸ ਮਾਮਲੇ ਸੰਬੰਧੀ ਵਿੱਤ ਅਤੇ ਪਰਸੋਨਲ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਨੇ। ਉਹਨਾਂ ਨੇ ਕਿਹਾ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਿਵੇਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਨੀਤੀ ਬਣਾਈ ਗਈ ਸੀ, ਜਿਸ ਤਹਿਤ ਬੀਤੇ ਕੱਲ੍ਹ ਹੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਲਈ ਅਰਜ਼ੀ ਪ੍ਰਾਪਤ ਕਰਨ ਲਈ ਪੋਰਟਲ ਖੋਲ੍ਹਿਆ ਗਿਆ ਹੈ। ਇਸੇ ਤਰ੍ਹਾਂ ਹੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰ ਦਿੱਤਾ ਜਾਏਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਦਾ ਕੋਈ ਕਰਮਚਾਰੀ ਸਰਕਾਰ ਦੀ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਵੀ ਪੱਕੇ ਹੋਣ ਤੋਂ ਰਹਿ ਜਾਂਦਾ ਹੈ ਤਾਂ ਉਸ ਨੂੰ ਪੱਕਾ ਕਰਨ ਦੇ ਲਈ ਸਾਡੀ ਸਰਕਾਰ ਵਚਨਬੱਧ ਹੈ। ਬੈਂਸ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਾਰੇ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ ਦੀਆਂ ਸਾਰੀਆਂ ਜਾਇਜ਼ ਮੰਗਾਂ ਤੋਂ ਉਹ ਪੂਰੀ ਤਰ੍ਹਾਂ ਜਾਣੂ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।